ਸਤਿ ਸ਼੍ਰੀ ਅਕਾਲ ਜੀ। ਨਾਵਲ ਸੋਚ ਦਾ ਅਗਲਾ ਭਾਗ। ਪਵਿੱਤਰ ਨੇ ਫੋਨ ਕੀਤਾ ਤਾਂ ਥੋੜ੍ਹੀ ਦੇਰ ਬਾਅਦ ਹੀ 3 ਪੁਲਿਸ ਵਾਲੇ ਆਏ। ਪਵਿੱਤਰ ਨੇ ਉਹਨਾਂ ਨੂੰ ਹੁਕਮ ਕੀਤਾ, ਇਸ ਲਾਸ਼ ਨੂੰ ਸਰਕਾਰੀ ਗੱਡੀ ਵਿੱਚ ਰੱਖੋ, ਕਮਰਾ ਸਾਫ਼ ਕਰ ਦਿਓ ਅਤੇ ਚੰਡੀਗੜ੍ਹ ਜਾਣ ਦੀ ਤਿਆਰੀ ਕਰੋ। ਤੁਹਾਨੂੰ ਫੋਨ 'ਤੇ ਸਭ ਜਾਣਕਾਰੀ ਮਿਲਦੀ ਰਹੇਗੀ ਕਿ ਤੁਸੀਂ ਇਹ ਲਾਸ਼ ਕਿੱਥੇ ਪਹੁੰਚਾਉਣੀ ਹੈ। ਅਗਰ ਕੋਈ ਰੁਕਾਵਟ ਪੈਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰਨਾ ਜਾਂ ਕਰਵਾਉਣਾ। ਆਪਣੀ ਤਿਆਰੀ ਕਰੋ। ਪੁਲਿਸ ਦੇ ਬੰਦੇ ਆਪਣੇ ਕੰਮ ਵਿੱਚ ਜੁੜ ਜਾਂਦੇ ਹਨ। ਪਵਿੱਤਰ ਨੇ ਤਾਜ਼ੇ ਪਾਣੀ ਦਾ ਗਲਾਸ ਮੰਗਵਾ ਕੇ ਜੋਤੀ ਦੇ ਮੂੰਹ 'ਤੇ ਪਾਣੀ ਦੇ ਸਿੱਟੇ ਮਾਰੇ। ਉਸਨੇ ਅੱਖਾਂ ਖੋਲ੍ਹੀਆਂ, ਆਲੇ ਦੁਆਲੇ ਦੇਖਿਆ। ਕਮਰੇ ਵਿੱਚ ਪਵਿੱਤਰ ਤੇ ਉਸ ਦਾ ਡੈਡੀ ਬੰਤ ਸਿੰਘ ਉਸ ਨੂੰ ਮੁਸਕਰਾਉਂਦੇ ਦਿਖੇ। ਬਾਕੀ ਕਮਰਾ ਸਾਫ਼ ਸੁਥਰਾ ਸੀ, ਨਾ ਕੋਈ ਲਾਸ਼ ਨਾ ਖੂਨ। ਉਹ ਵੀ ਸਮਝ ਗਈ ਸੀ ਕਿ ਪਾਪੀ ਬੰਦਾ ਤਾਂ ਇਕੱਲਾ ਹੀ ਪਾਪ ਦੇ ਘੜੇ ਭਰ ਦਿੰਦਾ ਹੈ। ਹੁਣ ਤਾਂ ਸਹੁਰਾ ਜਵਾਈ ਮਿਲ ਕੇ 1 ਤੇ 1 11 ਹੋ ਗਏ। ਉਸ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਹੁਣ ਇਹਨਾਂ ਨੇ ਨੂਰ ਤੇ ਹਰਜੀਤ ਨੂੰ ਵੀ ਨਹੀਂ ਜਿਉਣ ਦੇਣਾ। ਉਸਨੇ ਲੰਮਾ ਸਾਰਾ ਹੌਂਕਾ ਲੈ ਕੇ ਅੱਖਾਂ ਬੰਦ ਕਰ ਲਈਆਂ। ਉਹ ਆਪਣੇ ਤੇ ਨੂਰ ਬਾਰੇ ਸੋਚ ਰਹੀ ਸੀ। ਆਪਣਾ ਤੇ ਨੂਰ ਦਾ ਬਚਪਨ ਦਾ ਪਿਆਰ ਉਸ ਨੂੰ ਚੇਤੇ ਆਉਣ ਲੱਗਾ। ਉਸ ਦੀ ਜ਼ਿੰਦਗੀ ਵਿੱਚ ਪਵਿੱਤਰ ਦੇ ਆਉਣ ਕਾਰਨ ਆਪਣੇ ਅਤੇ ਨੂਰ ਦੇ ਰਿਸ਼ਤੇ ਵਿੱਚ ਕੁੜੱਤਣ ਦਾ ਪੈਦਾ ਹੋਣਾ, ਆਪਣੇ ਕਾਰਨ ਅਤੇ ਪਵਿੱਤਰ ਦੇ ਕਾਰਨ ਤੇ ਹੁਣ ਆਪਣੇ ਪਿਤਾ ਕਾਰਨ ਪੈ ਗਈ ਦੂਰੀ ਉਸ ਨੂੰ ਡਰਾਉਣ ਲੱਗੀ। ਅੱਜ ਉਸ ਨੂੰ ਤੇ ਨੂਰ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ। ਇਹ ਘੜੀ, ਇਹ ਪਲ ਜਦ ਔਰਤ ਮਾਂ ਬਣਦੀ ਹੈ ਤਾਂ ਉਸ ਦੇ ਨੇੜੇ ਉਸ ਦੀ ਮਾਂ ਹੋਵੇ, ਉਸ ਦੇ ਨੇੜੇ ਖੂਨ ਦੇ ਰਿਸ਼ਤੇ ਦੀ ਕੋਈ ਔਰਤ ਹੋਵੇ ਜੋ ਉਸ ਦੇ ਦਰਦ, ਉਸ ਦੇ ਜਜ਼ਬਾਤਾਂ ਨੂੰ ਮਹਿਸੂਸ ਕਰ ਸਕੇ, ਸਮਝ ਸਕੇ। ਉਸ ਦਾ ਦਰਦ, ਉਸ ਦੀ ਖੁਸ਼ੀ, ਉਸ ਦੇ ਦਿਲ ਦਿਮਾਗ ਵਿੱਚ ਉਪਜਦੇ ਖਿਆਲਾਂ ਦੀ ਉਧੇੜ ਬੁਣਦੀਆਂ ਤੰਦਾਂ ਦੀ ਤਾਣੀ ਨੂੰ ਸਮਝਾਉਂਦੀ ਉਸ ਨੂੰ ਹੌਸਲਾ ਦੇ ਸਕੇ। ਜੋਤੀ ਇਸ ਪਲ ਇਸ ਉਧੇੜ ਬੁਣਦੀਆਂ ਤੰਦਾਂ ਵਿੱਚ ਉਲਝੀ ਹੋਈ ਸੀ। ਪਵਿੱਤਰ ਤੇ ਬੰਤ ਸਿੰਘ ਆਪਣੇ ਦਿਮਾਗ ਦੁਆਰਾ ਮੱਕੜ ਜਾਲ ਬੁਣਨ ਵਿੱਚ ਰੁੱਝੇ ਹੋਏ ਸਨ। ਉਸੇ ਪਲ ਦਰਵਾਜ਼ੇ 'ਤੇ ਦਸਤਕ ਹੋਈ। ਆਵਾਜ਼ ਆਈ, ਸਰ ਅਸੀਂ ਜਾਈਏ? ਹਾਂ 1 ਮਿੰਟ ਮੈਂ ਆਇਆ। ਪਵਿੱਤਰ ਸਿੰਘ ਬਾਹਰ ਜਾਂਦਾ ਹੈ, ਆਪਣੇ ਬੱਚਿਆਂ ਨੂੰ ਸਮਝਾ ਕੇ ਵਾਪਸ ਆਉਂਦਾ। ਜੋਤੀ ਵੱਲ ਮੁੜਿਆ ਤੇ ਕਹਿੰਦਾ, ਹਾਂ ਜੋਤੀ, ਆਪਾਂ ਵੀ ਹਸਪਤਾਲ ਚੱਲਦੇ ਹਾਂ। ਚੈੱਕਅਪ ਹੀ ਹੋ ਜਾਊ ਤੇ ਡਾਕਟਰ ਨੇ ਡੇਟ ਤਾਂ ਰਾਤ ਦੀ ਹੀ ਦੇ ਰੱਖੀ ਹੈ। ਫਿਰ ਵੀ ਇੱਕ ਵਾਰ ਫਿਰ ਮਿਲ ਲੈਂਦੇ ਹਾਂ, ਕੋਈ ਦਿਨ ਅੱਗੇ ਪਿੱਛੇ ਵੀ ਹੋ ਸਕਦਾ। ਜੋਤੀ ਚੁੱਪ ਸੀ, ਕੋਈ ਹੰਗਾਰਾ ਨਹੀਂ। ਉਸ ਦਾ ਡੈਡੀ ਬੰਤ ਸਿੰਘ ਵੀ ਪਵਿੱਤਰ ਦੀ ਗੱਲ ਸਮਝ ਜਾਂਦਾ ਹੈ ਕਿ ਜੋਤੀ ਦਾ ਧਿਆਨ ਨੂਰ ਤੋਂ ਹਟ ਕੇ ਆਪਣੇ ਅਤੇ ਆਪਣੇ ਬੱਚੇ ਵੱਲ ਆ ਜਾਵੇ। ਉਹ ਵੀ ਝੱਟ ਸਲਾਹ ਦਿੰਦਾ, ਹਾਂ ਬੇਟਾ, ਤੁਸੀਂ ਮੇਰੇ ਲਈ ਸਫ਼ਰ ਵੀ ਕੀਤਾ ਹੈ, ਪਰੇਸ਼ਾਨ ਵੀ ਰਹੇ ਹੋ। ਹੁਣ ਇੱਕ ਵਾਰ ਡਾਕਟਰ ਨੂੰ ਜ਼ਰੂਰ ਮਿਲ ਆਓ। ਡਾਕਟਰ ਨੇ ਤਾਂ ਤੈਨੂੰ ਰੈਸਟ ਦੱਸੀ ਸੀ, ਪਰ ਤੈਨੂੰ ਮੇਰੇ ਲਈ ਚੰਡੀਗੜ੍ਹ ਜਾਣਾ ਪਿਆ। ਜਾ ਬੇਟਾ, ਹਸਪਤਾਲ ਹੋ ਆਓ। ਰਾਤ ਨੂੰ ਵੀ ਤਾਂ ਜਾਣਾ ਹੀ ਹੈ, ਹੁਣ ਹੀ ਚਲੇ ਜਾਓ। ਪਵਿੱਤਰ, ਹਾਂ ਚੱਲ ਦੇਰ ਨਾ ਕਰ। ਜੋਤੀ ਨੇ ਉਹਨਾਂ ਦੋਨਾਂ ਵੱਲ ਬੜਾ ਘੂਰ ਕੇ ਦੇਖਿਆ, ਫਿਰ ਬੜੇ ਸ਼ਾਂਤ ਹੋ ਕੇ ਪਵਿੱਤਰ ਨੂੰ ਪੁੱਛਣ ਲੱਗੀ, ਮੇਰੀ ਡਿਲੀਵਰੀ ਡੇਟ ਡਾਕਟਰ ਨੇ ਭਲਾ ਕਿਹੜੀ ਦੱਸੀ ਹੋਈ ਹੈ? ਇਹ ਕਿਹੜਾ ਸਵਾਲ ਹੋਇਆ ਰੋਜੀ? ਅੱਜ ਚੰਡੀਗੜ੍ਹੋਂ ਪਾਪਾ ਦੀ ਛੁੱਟੀ ਕਰਵਾ ਕੇ ਤਾਈਓ ਤਾਂ ਆਏ ਹਾਂ। ਅੱਜ ਰਾਤ ਦੀ ਹੀ ਡਿਲੀਵਰੀ ਡੇਟ ਹੈ। ਅੱਜ ਐਡਮਿਟ ਹੋਣਾ ਤੈਂ ਹਸਪਤਾਲ ਦੇ ਵਿੱਚ। ਨੂਰ ਦੀ ਡਿਲੀਵਰੀ ਡੇਟ ਵੀ ਮੇਰੇ ਵਾਲੀ ਹੀ ਹੈ, ਮੈਂ ਤੁਹਾਨੂੰ ਦੱਸੀ ਸੀ ਨਾ। ਪਵਿੱਤਰ, ਹਾਂ ਇਹ ਵੀ ਇਤਫਾਕ ਹੀ ਹੈ। ਨੂਰ, ਸਾਡੀ ਦੋਨਾਂ ਦੀ ਉਮਰ ਵੀ ਇੱਕ, ਪੜ੍ਹੀਆਂ ਵੀ ਇਕੱਠੀਆਂ, ਕਲਾਸਾਂ ਵੀ ਇੱਕ। ਮੇਰੀ ਮੈਰਿਜ ਨੂੰ 3 ਸਾਲ ਹੋਣ ਵਾਲੇ ਹਨ। ਉਸ ਦੀ ਮੈਰਿਜ ਦਾ ਪਹਿਲਾ ਸਾਲ ਹੈ, ਪਰ ਕੁਦਰਤ ਨੇ ਸਾਡੇ ਮਾਂ ਬਣਨ ਦੀ ਡੇਟ ਇੱਕੋ ਦਿਨ ਦੀ ਰੱਖੀ ਹੈ। ਕਿਉਂ? ਪਵਿੱਤਰ, ਇਹ ਕੋਈ ਖਾਸ ਗੱਲ ਨਹੀਂ। ਖਾਸ ਗੱਲ ਹੈ। ਅੱਜ ਸਾਨੂੰ ਦੋਵਾਂ ਨੂੰ ਆਪਣੀਆਂ ਮਾਵਾਂ ਦੀ ਜ਼ਰੂਰਤ ਹੈ, ਪਰ ਮਾਵਾਂ ਦੋਨਾਂ ਦੀਆਂ ਹੀ ਨਹੀਂ। ਅਸੀਂ ਦੋਵੇਂ 5-6 ਸਾਲ ਦੀ ਉਮਰ ਵਿੱਚ ਮਾਵਾਂ ਰੂਪੀ ਸੰਘਣੀ ਛਾਂ ਵਾਲੇ ਬੂਟੇ ਦੀ ਛਾਂ ਤੋਂ ਹੱਥ ਧੋ ਬੈਠੀਆਂ। ਇਹ ਵੀ ਇਤਫਾਕ ਹੈ
ਜਾਂ ਕੁਦਰਤ ਦੀ ਖੇਡ? ਨਹੀਂ, ਕੁਦਰਤ ਦੀ ਨਹੀਂ, ਇਹ ਤਾਂ ਤੇਰੇ ਪਿਆਰੇ ਪਾਪਾ ਦੀ ਖੇਡ ਸੀ। ਤੁਹਾਨੂੰ ਦੋਨਾਂ ਦੀਆਂ ਮਾਵਾਂ ਨੂੰ ਮਾਰਨ ਦੀ ਖੇਡ ਖੇਡਣ ਵਾਲਾ ਵੀ ਇੱਕ ਹੀ ਹੈ। ਹਾਂ, ਮੇਰੇ ਡੈਡੀ ਦੀ ਖੇਡ। ਮੈਂ ਇਸ ਪੁਆਇੰਟ 'ਤੇ ਹੀ ਆਉਣਾ ਚਾਹੁੰਦੀ ਸੀ। ਮੇਰੇ ਪਾਪਾ ਨੇ ਨੂਰ ਦੇ ਮਾਂ-ਬਾਪ ਨਾਲ ਖੇਡ ਖੇਡੀ। ਜਦ ਤੋਂ ਉਸ ਤੋਂ ਖਬਰ ਸੁਣੀ ਹੈ ਕਿ ਉਹ ਮਾਂ ਬਣਨ ਵਾਲੀ ਹੈ, ਤਦ ਤੋਂ ਤਾਂ ਮੈਂ ਉਸਦੇ ਹੋਣ ਵਾਲੇ ਬੱਚੇ ਬਾਰੇ ਵੀ ਬੁਰਾ ਸੋਚਣ ਲੱਗੀ ਹਾਂ। ਮੈਂ ਆਪਣੇ ਬੱਚੇ ਦਾ ਭੁਲਾ ਕੇ ਉਸਦੇ ਬੱਚੇ ਦਾ ਬੁਰਾ ਸੋਚਦੀ ਰਹੀ ਹਾਂ। ਇਹੋ ਜਿਹੀ ਬੁਰੀ ਸੋਚ ਮੇਰੀ ਕਿਉਂ ਬਣ ਗਈ? ਕਿਉਂਕਿ ਮੈਂ ਬੁਰਾਈਆਂ ਵਾਲੇ ਘਰ ਜਨਮ ਲੈ ਕੇ ਬੁਰਾਈਆਂ 'ਤੇ ਚੱਲਣ ਵਾਲੇ ਦੇ ਵੱਸ ਪੈ ਗਈ। ਮੇਰੀ ਸੋਚ ਵੀ ਤੁਹਾਡੇ ਦੋਨਾਂ ਦੀ ਸੋਚ ਨੇ ਬੁਰੀ ਕਰ ਦਿੱਤੀ। ਅੱਜ ਕੁਦਰਤ ਕੁਝ ਸਮਝਾ ਰਹੀ ਹੈ, ਕੋਈ ਸੰਕੇਤ ਦੇ ਰਹੀ ਹੈ ਕਿ ਇਹ ਸਭ ਕੁਝ ਸਿਰਫ ਇਤਫਾਕ ਹੀ ਨਹੀਂ, ਸਮਝਾਉਣ ਲਈ ਵੀ ਕੋਈ ਸੰਕੇਤ ਹੈ। ਡੈਡੀ ਨੇ ਨੂਰ ਨੂੰ ਆਪਣੇ ਲਾਲਚ ਲਈ ਅਨਾਥ ਬਣਾ ਦਿੱਤਾ ਸੀ, ਪਰ ਅੱਜ ਆਪਾਂ ਆਪਣੀਆਂ ਨਜ਼ਰਾਂ ਵਿੱਚ ਗਿਰ ਗਏ ਹਾਂ। ਉਹ ਰੱਬ ਦੀ ਹਰ ਰਜ਼ਾ ਵਿੱਚ ਰਾਜ਼ੀ ਰਹਿ ਕੇ ਉਸ ਦਾ ਭਾਣਾ ਮੰਨਣ ਵਾਲੀ ਬਣ ਕੇ ਸਬਰ ਸੰਤੋਖੀ ਬਣ ਗਈ। ਆਪਾਂ ਗੰਦੀ ਨਾਲੀ ਦੇ ਕੀੜੇ, ਬਸ ਹੋਰ ਕੁਝ ਨਹੀਂ। ਉਹ ਕੁਝ ਦੇਰ ਚੁੱਪ ਹੋ ਕੇ ਫਿਰ ਬੋਲਦੀ ਹੈ, ਮੈਨੂੰ ਡਰ ਹੈ ਅੱਜ ਫਿਰ ਉਹੀ ਦਿਨ ਆ ਰਿਹਾ ਹੈ ਜਦ ਤੁਸੀਂ ਫਿਰ ਇੱਕ ਹੋਰ ਨੂਰ ਨੂੰ ਬਚਪਨ ਵਿੱਚ ਹੀ ਯਤੀਮ ਅਨਾਥ ਬਣਾਉਣ ਦੇ ਮੱਕੜ ਜਾਲ ਬੁਣਨ ਵਿੱਚ ਲੱਗੇ ਹੋਏ ਹੋ। ਡੈਡ ਨੇ ਬਹੁਤ ਜੁਰਮ ਕਰ ਲਏ। ਤੁਸੀਂ ਤਾਂ ਡੈਡ ਤੋਂ ਵੀ 10 ਕਦਮ ਅੱਗੇ ਲੰਘ ਗਏ ਪਾਪ ਦੀ ਦੁਨੀਆ ਵਿੱਚ। ਡੈਡ ਨੇ ਤਾਂ ਨੂਰ ਤੋਂ ਉਸਦੇ ਮਾਪੇ ਖੋਹੇ। ਤੁਸੀਂ ਤਾਂ ਮਾਪਿਆਂ ਦੇ ਨੌਜਵਾਨ ਪੁੱਤ, ਭੈਣਾਂ ਦੇ ਵੀਰ, ਸੁਹਾਗਣਾਂ ਦੇ ਸੁਹਾਗ, ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੀਲੇ ਘਾਤਕ ਨਸ਼ਿਆਂ ਦੇ ਸਮੁੰਦਰ ਵਿੱਚ ਸੁੱਟ ਕੇ ਕੌਮ ਦੇ ਸਰਮਾਏ ਨੂੰ ਹੀ ਖਤਮ ਕਰਨ ਦੀ ਬੁਰੀ ਸੋਚ ਧਾਰ ਰੱਖੀ ਹੈ। ਕੀ ਕਰੋਗੇ ਪੈਸਾ? ਕੌਣ ਵਰਤੇਗਾ ਇਹ ਪੈਸਾ? ਤੁਹਾਡਾ ਪਾਪਾ ਨਾਲ ਕਮਾਇਆ ਪੈਸਾ ਵਰਤਣ ਵਾਲਾ ਤੁਹਾਡਾ ਕੋਈ ਨਹੀਂ ਬਚੇਗਾ, ਨਾ ਕੋਈ ਵਾਰਸ਼ ਹੀ ਪੈਦਾ ਹੋਵੇਗਾ। ਉਸਨੇ ਆਪਣੇ ਪੇਟ 'ਤੇ ਜ਼ੋਰ ਦੀ ਮੁੱਕੀ ਮਾਰੀ। ਪਵਿੱਤਰ ਦੇ ਫੜਦੇ ਫੜਦੇ ਫਿਰ ਚਕਰਾ ਗਈ। ਉਸਨੇ ਆਪਣਾ ਸਿਰ ਹੱਥਾਂ ਵਿੱਚ ਫੜ ਲਿਆ। ਉਸਨੂੰ ਸਭ ਕੁਝ ਘੁੰਮਦਾ ਦਿਖਾਈ ਦੇ ਰਿਹਾ ਸੀ। ਉਸਨੂੰ ਸਮਝ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਬੋਲ ਰਹੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ। ਸ਼ਾਇਦ ਪਵਿੱਤਰ ਤੇ ਆਪਣੇ ਡੈਡ ਨੂੰ ਕੋਈ ਸੱਚਾਈ ਦੱਸਣਾ ਚਾਹੁੰਦੀ ਹੈ, ਪਰ ਉਸਦੇ ਬੋਲ, ਉਸਦੀ ਜ਼ੁਬਾਨ, ਉਸਦਾ ਡਰ ਉਸਦਾ ਸਾਥ ਨਹੀਂ ਦੇ ਰਿਹਾ। ਪਵਿੱਤਰ ਤੇ ਬੰਤ ਸਿੰਘ ਆਪਣੀ ਬੁਰੀ ਸੋਚ ਦੀ ਮੈਲੀ ਹੋਈ ਡੋਰੀ ਦੀਆਂ ਤੰਦਾਂ ਉਧੇੜਨ ਦੀ ਬਜਾਏ ਉਸਨੂੰ ਭਾਵੁਕ ਹੋਈ ਸਮਝ ਕੇ ਉਸਨੂੰ ਪਰਦੇ ਓਹਲੇ ਰੱਖ ਕੇ ਆਪਣੇ ਹੀ ਇਸ਼ਾਰਿਆਂ ਨਾਲ ਕੋਈ ਹੋਰ ਹੀ ਚਾਲਾਂ ਚੱਲਣ ਵਿੱਚ ਮਗਨ ਹਨ। ਬੰਤ ਸਿੰਘ ਪਵਿੱਤਰ ਨੂੰ ਇਸ਼ਾਰਾ ਕਰ ਦਿੰਦਾ ਹੈ ਕਿ ਉਹ ਜੋਤੀ ਨੂੰ ਹਸਪਤਾਲ ਲੈ ਜਾਵੇ ਤੇ ਦਾਖਲ ਕਰਵਾ ਦੇਵੇ। ਪਵਿੱਤਰ ਨੇ ਇਸ ਬਾਰੇ ਪਹਿਲਾਂ ਹੀ ਮਨ ਬਣਾ ਲਿਆ ਸੀ। ਕਹਿੰਦੇ ਹਨ ਕਿ ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ ਹਨ। ਸ਼ਾਇਦ ਸੱਚ ਹੀ ਹੈ, ਪਰ ਹਾਂ, ਚੰਗੀ ਸੋਚ ਵਾਲਿਆਂ ਦੇ ਦਿਲਾਂ ਤੱਕ ਚੰਗਾ ਰਸਤਾ ਬਣਾਉਂਦੇ ਹਨ, ਪਰ ਮਾੜੀ ਸੋਚ ਵਾਲਿਆਂ ਦੇ ਦਿਲ ਤੇ ਦਿਮਾਗ ਇੱਕ ਦੂਜੇ ਤੋਂ ਵੱਧ ਕੇ ਮਾੜਾ ਰਸਤਾ ਬਣਾਉਣ ਦੀ ਸੋਚਦੇ ਹਨ, ਚਾਹੇ ਉਹ ਰਸਤਾ ਕਿੰਨੇ ਦਿਲਾਂ ਦੇ ਅਰਮਾਨਾਂ ਦਾ ਖੂਨ ਬਹਾਉਣ ਵਾਲਾ ਹੀ ਕਿਉਂ ਨਾ ਹੋਵੇ। ਹੁਣ ਪਵਿੱਤਰ ਤੇ ਬੰਤ ਸਿੰਘ ਆਪਣੇ ਪਾਪੀ ਦਿਲਾਂ ਨੂੰ ਜੋੜ ਕੇ ਕਿਹੋ ਜਿਹਾ ਰਸਤਾ ਬਣਾਉਣ ਦੀ ਸੋਚ ਰਹੇ ਹਨ। ਉਹਨਾਂ ਦਾ ਜਰਾ ਜਿੰਨਾ ਵੀ ਧਿਆਨ ਜੋਤੀ ਦੇ ਜਜ਼ਬਾਤਾਂ, ਉਸ ਦੀਆਂ ਭਾਵਨਾਵਾਂ ਸਮਝਣ ਵੱਲ ਉੱਕਾ ਹੀ ਨਹੀਂ ਕਿ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ, ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਥੋੜ੍ਹੇ ਚਿਰ ਬਾਅਦ ਹੀ ਪਵਿੱਤਰ ਸਿੰਘ ਦੀ ਕੋਠੀ ਵਿੱਚੋਂ 2 ਗੱਡੀਆਂ ਨਿਕਲਦੀਆਂ ਹਨ। ਇੱਕ ਸਰਕਾਰੀ ਗੱਡੀ ਜਿਸ ਵਿੱਚ ਪੁਲਿਸ ਵਾਲੇ ਤੇ ਇੱਕ ਲਾਸ਼ ਹੈ। ਦੂਜੀ ਪਵਿੱਤਰ ਦੀ ਨਿੱਜੀ ਗੱਡੀ ਜਿਸ ਵਿੱਚ ਉਹ ਖੁਦ ਡਰਾਈਵਿੰਗ ਕਰ ਰਿਹਾ ਤੇ ਨਾਲ ਜੋਤੀ ਹੈ। ਦੋਨੋਂ ਗੱਡੀਆਂ ਅੱਗੇ ਜਾ ਕੇ ਵੱਖ-ਵੱਖ ਦਿਸ਼ਾ ਬਦਲ ਲੈਂਦੀਆਂ ਹਨ। ਸਰਕਾਰੀ ਗੱਡੀ ਚੰਡੀਗੜ੍ਹ ਰੋਡ ਤੇ ਚੜ੍ਹ ਜਾਂਦੀ ਹੈ ਤੇ ਪਵਿੱਤਰ ਦੀ ਨਿੱਜੀ ਗੱਡੀ ਹਸਪਤਾਲ ਵੱਲ ਦੌੜਦੀ ਹੈ। ਦੋਨਾਂ ਗੱਡੀਆਂ ਦੇ ਚਲੇ ਜਾਣ ਪਿੱਛੋਂ ਕੋਠੀ ਵਿੱਚ ਫੌੜੀਆਂ ਵਾਲਾ ਆਦਮੀ ਬੰਤ ਸਿੰਘ ਉਸ ਦੀ ਪਾਣੀ ਦੇਣ ਆਈ ਪਤਲੀ ਪਰ ਮੁਟਿਆਰ ਜਿਹੀ ਨੌਕਰਾਣੀ ਨੂੰ ਪੈਰਾਂ ਤੋਂ ਲੈ ਕੇ ਚਿਹਰੇ ਤੱਕ ਬੁਰੀ ਨਜ਼ਰ ਨਾਲ ਤੱਕਦਾ, ਮੁੱਛਾਂ 'ਤੇ ਹੱਥ ਫੇਰਦਾ। ਖਚਰੀ ਮੁਸਕਰਾਹਟ ਬੁੱਲ੍ਹਾਂ 'ਤੇ ਲਿਆਉਂਦਾ ਹੈ। ਉਸ ਦੀ ਮਾੜੀ ਨੀਅਤ ਨੂੰ ਤਾੜਦੀ ਮੁਟਿਆਰ ਅੱਗੋਂ ਬੋਲਦੀ ਹੈ, ਹੁਣ ਤਾਂ ਸਰਦਾਰ ਜੀ ਬੁਰੇ ਦਿਨਾਂ ਵਿੱਚ ਰੱਬ ਰੱਬ ਕਰਿਆ ਕਰੋ। ਕੋਟ ਚੰਡੀਗੜ੍ਹ ਛੱਡ ਆਏ
ਹਰਕਤਾਂ ਫਿਰ ਨਾਲ ਹੀ ਚੁੱਕੀ ਫਿਰਦੇ ਹੋ। ਬਹੁਤ ਕਰ ਲਈਆਂ ਮਨ ਆਈਆਂ, ਹੁਣ ਤਾਂ ਮਾਲਾ ਜਪਿਆ ਕਰੋ। ਇਹੋ ਜਿਹੀਆਂ ਹਰਕਤਾਂ ਛੱਡ ਕੇ ਬੰਤ ਸਿੰਘ ਮੁਸਕਰਾਉਂਦਾ ਬੋਲਦਾ ਹੈ, ਹਰਕਤਾਂ ਕਰਕੇ ਹੀ ਜਿਉਂਦੇ ਆ, ਮਰ ਜਾਣੀਏ। ਲੱਤਾਂ ਹੀ ਕੱਟੀਆਂ ਗਈਆਂ ਨੇ, ਦਿਲ ਦੇ ਅਰਮਾਨ ਤਾਂ ਅਜੇ ਸੱਜਰੇ ਨੇ। ਮਟਿਆਰ ਨੌਕਰਾਣੀ ਪਾਣੀ ਦੀ ਪਲੇਟ ਅੱਗੇ ਕਰ ਪਿੱਛੇ ਹਟ ਜਾਂਦੀ ਹੈ। ਉਹ ਵੀ ਜਾਣਦੀ ਹੈ ਕਿ ਇਹ ਕਾਮੀ ਸ਼ੇਰ ਹੁਣ ਦਹਾੜ ਹੀ ਸਕਦਾ ਹੈ। ਉਸ ਦੀ ਮਜਬੂਰੀ ਦਾ ਫਾਇਦਾ ਉਠਾਉਣ ਲਈ ਉਸ 'ਤੇ ਝਪਟ ਨਹੀਂ ਸਕਦਾ, ਪਰ ਫਿਰ ਵੀ ਉਹ ਇਹੋ ਜਿਹੇ ਕਾਮੀ ਸ਼ੇਰ ਦੀ ਝਪਟ ਤੋਂ ਦੂਰ ਰਹਿਣ ਦੀ ਸਿਆਣਪ ਕਰਦੀ ਹੈ। ਪਾਣੀ ਦਾ ਗਲਾਸ ਦੇ ਕੇ ਮਟਕ ਨਾਲ ਮੁਸਕਰਾ ਕੇ ਵਾਪਸ ਮੁੜਦੀ ਹੈ। ਬੰਤ ਸਿੰਘ ਲਲਚਾਈਆਂ ਨਜ਼ਰਾਂ ਨਾਲ ਤੱਕਦਾ ਕਹਿ ਜਾਂਦਾ ਹੈ, ਮਰ ਜਾਣੀਏ, ਇਹਨਾਂ ਨਖਰਿਆਂ ਕਰਕੇ ਹੀ ਤੈਨੂੰ ਰੱਖ ਰੱਖਿਆ। ਦੁੱਗਣੀ ਤਨਖਾਹ ਦਾ ਲਾਲਚ ਦੇ ਕੇ ਨੌਕਰਾਣੀ ਚਲੀ ਜਾਂਦੀ ਹੈ। ਬੰਤ ਸਿੰਘ ਦਾ ਹੱਥ ਮੁੱਛਾਂ ਨੂੰ ਵੱਟ ਦਿੰਦਾ ਹੈ ਤੇ ਸਿਰ ਹਾਂ ਦੇ ਹੁਗਾਰੇ ਵਿੱਚ ਹਿਲਦਾ ਹੈ। ਕੋਈ ਕੋਝੀ ਬਿਉਂਤ ਗੁੰਦਣ ਦੀ ਹਾਮੀ ਭਰਦਾ ਲੱਗਦਾ। ਬਸ ਅੱਜ ਇੰਨਾ ਜੀ, ਬਾਕੀ ਅਗਲੀ ਵੀਡੀਓ ਵਿੱਚ।